ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਸ਼੍ਰੀ ਰਾਗ ਮਹੱਲਾ ਪਹਿਲਾ। ਨਾਨਕ ਬੇੜੀ ਸੱਚ ਕੀ ਤਰੀਐ ਗੁਰ ਵਿਚਾਰ। ਇਕ ਆਵਹਿ ਇਕ ਜਾਵਹਿ ਪੂਰ ਭਰੇ ਅਹੰਕਾਰ। ਮਨ ਹਠ ਮਤੀ ਬੂਢੀਐ ਗੁਰਮੁਖ ਸੱਚ ਸੋ ਤਾਰ। ਗੁਰ ਬਿਨ ਕਿਉ ਤਰੀਐ ਸੁਖ ਹੋਏ ਜਿਉ ਭਾਵੈ ਤਿਉ ਰੱਖ ਤੂੰ। ਮੈਂ ਅਵਰ ਨਾ ਦੂਜਾ ਕੋਇ ਰਹਾਉ। ਆ ਗਏ ਦੇਖੋ ਡਉ ਜਲੈ ਪਾਛੈ ਹਰਿਆਉ ਅੰਗੂਰ। ਜਿਸ ਤੇ ਉਪਜੈ ਤਿਸ ਤੇ ਬਿਨਸੈ ਘਟ ਘਟ ਸੱਚ ਭਰਪੂਰ। ਆਪੇ ਮੇਲ ਮਿਲਾਵਹੀ ਸਾਚੈ ਮਹਲ ਹਦੂਰ। ਸ਼ਾਹ ਸਾਹ ਤੁਝ ਸੰਭਲਾਂ ਕਦੇ ਨਾ ਵਿਸਾਰਿਓਏ ਕਦੇ ਨਾ ਵਿਸਾਰਿਓ। ਜਿਉ ਜਿਉ ਸਾਹਿਬ ਮਨ ਵਸੈ ਗੁਰਮੁਖ ਅੰਮ੍ਰਿਤ ਪੀਓ। ਮਨ ਤਨ ਤੇਰਾ ਤੂੰ ਧਣੀ ਗਰਭ ਨਿਵਾਰ ਸਮੇਓ। ਜਿਨ ਇਹ ਜਗਤ ਉਪਾਇਆ ਤ੍ਰਿਭਵਨ ਕਰ ਆਕਾਰ। ਗੁਰਮੁਖ ਚਾਨਣ ਜਾਣੀਐ ਮਨ ਮੁਖ ਮੁਗਧ ਗੁਬਾਰ। ਘਟ ਘਟ ਜੋਤ ਨਿਰੰਤਰੀ ਬੂਝੈ ਗੁਰਮਤਿ ਸਾਰ। ਗੁਰਮੁਖ ਜਿਨੀ ਜਾਣਿਆ ਤਿਨ ਕੀਚੈ ਸ਼ਾਬਾਸ਼। ਸੱਚੇ ਸੇਤੀ ਰਲ ਮਿਲੇ ਸੱਚੇ ਗੁਣ ਪ੍ਰਗਾਸ। ਨਾਨਕ ਨਾਮ ਸੰਤੋਖੀਆ ਜਿਉ ਪਿੰਡ ਪ੍ਰਭ ਪਾਸ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਜ਼ਰਾ ਹਜ਼ੂਰ ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ ਸਾਹਿਬ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕੋਟਾਨ ਕੋਟਾਨ ਕਿਰਪਾ ਰਹਿਮਤ ਤੇ ਬਖਸ਼ਿਸ਼ ਦੇ ਨਾਲ ਹਰ ਰੋਜ਼ ਦੀ ਤਰ੍ਹਾਂ ਇੰਡੀਆ ਦੇ ਟਾਈਮ ਦੇ ਮੁਤਾਬਕ ਸੁਬਾਹ ਵੇਲੇ ਦੇ 8 ਵੱਜ ਗਏ ਨੇ ਤੇ ਲੜੀਵਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਕਥਾ ਜੋ ਲੈ ਕੇ ਆਪ ਜੀ ਕੇ ਸਨਮੁਖ ਹਾਜ਼ਰ ਹੁੰਨੇ ਆ, ਜਿਸ ਵਿੱਚ ਸ਼੍ਰੀ ਰਾਗ ਤੋਂ ਵਿਚਾਰ ਪ੍ਰਾਰੰਭ ਕੀਤੀ ਗਈ ਹੈ ਤੇ ਸ਼੍ਰੀ ਰਾਗ ਦੇ ਹੁਣ ਤੱਕ 15 ਨੰਬਰ ਸ਼ਬਦ ਤੱਕ ਆਪਾਂ ਵਿਚਾਰ ਕਰ ਚੁੱਕੇ ਹਾਂ। ਹੁਣੇ ਜਿਹੜਾ ਆਪ ਜੀ ਨੇ ਇਹ ਸ਼ਬਦ ਸਰਵਣ ਕੀਤਾ ਹੈ ਇਹ ਸ਼੍ਰੀ ਰਾਗ ਦੇ ਵਿੱਚੋਂ 16 ਨੰਬਰ ਸ਼ਬਦ ਹੈ ਜੋ ਸਾਹਿਬੇ ਕਮਾਲ ਧੰਨ ਧੰਨ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀ ਪਾਵਨ ਰਸਨਾ ਤੋਂ ਉਚਾਰਨ ਹੋਇਆ ਹੈ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪੰਨਾ ਨੰਬਰ 20 ਉੱਤੇ ਸੁਭਾਇਮਾਨ ਹੈ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਇਸ ਪਾਵਨ ਸ਼ਬਦ ਦੇ ਵਿੱਚ ਜਿਹੜੀ ਗੱਲ ਮਨੁੱਖ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਹੇ ਮਨੁੱਖ ਤੂੰ ਸੱਚ ਦੀ ਬੇੜੀ ਦੇ ਉੱਤੇ ਸਵਾਰ ਹੋ
ਝੂਠ ਦਾ ਜੀਵਨ ਜਿਉਣਾ ਛੱਡ ਦੇ। ਜੋ ਵੀ ਗੁਰਮਤ ਦਾ ਪੈਂਡਾ ਹੈ ਮਨੁੱਖ ਨੂੰ ਮਜ਼ਬੂਤ ਕਰਨ ਦਾ ਹੈ, ਸਟਰੋਂਗ ਕਰਨ ਦਾ ਹੈ, ਤਾਂ ਕਿ ਮਨੁੱਖ ਆਉਣ ਵਾਲੀਆਂ ਹਰ ਇੱਕ ਮੁਸੀਬਤਾਂ ਦੇ ਸਾਹਮਣੇ ਪਹਾੜ ਵਾਂਗੂ ਖੜੇ, ਚੜ੍ਹਦੀ ਕਲਾ 'ਚ ਰਵੇ, ਢਹਿੰਦੀ ਕਲਾ ਇਹਦੇ ਜੀਵਨ ਦੇ ਵਿੱਚ ਨਾ ਆਵੇ। ਸਤਿਗੁਰੂ ਜੀ ਨੇ ਆਪਣੀ ਸਮੁੱਚੀ ਵਿਚਾਰ ਵਿੱਚ, ਭਾਵੇਂ ਉਹ ਭਗਤ ਸਾਹਿਬਾਨ ਨੇ, ਭਾਵੇਂ ਗੁਰੂ ਸਾਹਿਬ ਨੇ, ਸਾਰਿਆਂ ਦਾ ਮੁੱਖ ਟੀਚਾ ਇਹ ਹੈ ਕਿ ਮਨੁੱਖ ਦੇ ਅੰਦਰ ਸ਼ੁਭ ਗੁਣਾਂ ਨੂੰ ਪ੍ਰਗਟ ਕਰਨਾ ਹੈ, ਸਮਾਜ ਦੀ ਹਰ ਇੱਕ ਬੁਰਾਈਆਂ ਦੇ ਨਾਲ ਡਟ ਕੇ ਮੁਕਾਬਲਾ ਕਰਨਾ ਹੈ। ਜੋ ਕੁਰੀਤੀਆਂ ਸਮਾਜ ਵਿੱਚ ਚੱਲ ਰਹੀਆਂ ਨੇ, ਜੋ ਕਿਸੇ ਦਾ ਹੱਕ ਮਾਰਿਆ ਜਾ ਰਿਹਾ ਹੈ, ਕਿਸੇ ਦੇ ਨਾਲ ਕੋਈ ਬੇਵਫਾਈ ਕੀਤੀ ਜਾ ਰਹੀ ਹੈ, ਜਾਂ ਕਿਸੇ ਦਾ ਕੋਈ ਨੁਕਸਾਨ ਕੀਤਾ ਜਾ ਰਿਹਾ ਹੈ, ਸਿੱਖ ਹਰ ਵਕਤ ਦੂਸਰੇ ਦੇ ਭਲੇ ਵਾਸਤੇ ਆਪਣੇ ਆਪ ਨੂੰ ਤਤਪਰ ਰੱਖਦਾ। ਗੁਰੂ ਨਾਨਕ ਸਾਹਿਬ ਜੀ ਨੇ ਜਿਹੜੀ ਸਿੱਖ ਨੂੰ ਗੁੜਤੀ ਦਿੱਤੀ ਹੈ ਨਾ, ਉਹ ਇਹੀ ਦਿੱਤੀ ਹੈ ਕਿ ਸਿੱਖ ਚੌਕੰਨ ਰਵੇ, ਚੇਤਨ ਰਵੇ, ਸੁਚੇਤ ਰਵੇ, ਹਰ ਇੱਕ ਬਰੀਕੀ ਤੋਂ ਬਰੀਕੀ ਘਟਨਾ ਦੇ ਉੱਪਰ ਧਿਆਨ ਰੱਖੇ, ਤੇ ਜਿੱਥੇ ਆਪਣਾ ਜੀਵਨ ਸਵਾਰੇ ਉੱਥੇ ਆਪਣੇ ਆਲੇ ਦੁਆਲੇ ਦਾ ਵੀ ਸਵਾਰ ਕਰੇ। ਅੱਜ ਚੱਲ ਰਹੇ ਨੇ ਗੱਲਾਂ ਕਿ ਮਨੁੱਖ ਨੂੰ ਆਪਣਾ ਆਲਾ ਦੁਆਲਾ ਸਵਾਰਨਾ ਚਾਹੀਦਾ ਹੈ, ਮਨੁੱਖ ਨੂੰ ਆਪਣੇ ਆਲੇ ਦੁਆਲੇ ਗੰਦਗੀ ਨੂੰ ਚੁੱਕਣਾ ਚਾਹੀਦਾ ਹੈ, ਮਨੁੱਖ ਨੂੰ ਆਪਾਂ ਆਪਣੇ ਬੱਚਿਆਂ ਨੂੰ ਸਮਝਾਉਂਦੇ ਹਾਂ ਕਾਗਜ਼ ਕੂੜਾ ਡਸਟਬਿਨ ਵਿੱਚ ਪਾਉਣਾ ਚਾਹੀਦਾ ਹੈ। ਸਤਿਗੁਰੂ ਜੀ ਨੇ ਬੜੇ ਚਿਰ ਪਹਿਲਾਂ ਸਿੱਖ ਨੂੰ ਇਹ ਬਾਤਾਂ ਗੁਰਬਾਣੀ ਦੇ ਪ੍ਰਥਾਏ ਸਮਝਾ ਦਿੱਤੀਆਂ ਸਨ। ਸਭ ਤੋਂ ਪਹਿਲਾਂ ਜਿਹਦਾ ਆਪਣਾ ਅੰਦਰ ਸਾਫ਼ ਹੋਵੇਗਾ ਨਾ, ਬਾਹਰ ਉਹੀ ਸਫਾਈ ਰੱਖੇਗਾ। ਜਿਹਦਾ ਆਪਣਾ ਅੰਦਰ ਮੈਲਾ ਹੈ ਉਹ ਬਾਹਰ ਸਫਾਈ ਨਹੀਂ ਰੱਖ ਸਕਦਾ। ਜਿਹਦਾ ਮਨ ਹੀ ਮੈਲਾ ਹੈ ਉਹ ਬਾਹਰ ਕਿਵੇਂ ਸਾਫ਼ ਸੁਥਰਾ ਰਹੇਗਾ। ਜਿਹਦੇ ਵਿੱਚ ਗੰਦਗੀ ਭਰੀ ਹੈ, ਈਰਖਾ ਭਰੀ ਹੈ, ਨਫ਼ਰਤ ਭਰੀ ਹੈ, ਅਵਗੁਣ ਭਰੇ ਨੇ, ਉਹ ਤੇ ਜਿਉਂਦਾ ਜਾਗਦਾ ਡਸਟਬਿਨ ਹੈ। ਸੱਚ ਜਾਣੀਓ ਯੂਜ਼ ਮੀ ਦਾ ਡਸਟਬਿਨ ਹੁੰਦਾ ਨਾ, ਉਹਦੇ ਉੱਪਰ ਲਿਖਿਆ ਹੁੰਦਾ ਮੈਨੂੰ ਯੂਜ਼ ਕਰੋ ਕੂੜਾ ਸੁੱਟਣ ਲਈ। ਇਹ ਮਨੁੱਖ ਵੀ ਅੱਜ ਯੂਜ਼ ਮੀ ਦਾ ਬੈਨਰ ਲਾ ਕੇ ਬੈਠਾ ਹੈ, ਜੋ ਨਿੰਦਾ, ਗੰਦਗੀ, ਚੁਗਲੀਆਂ ਸਾਰੀਆਂ ਮੇਰੇ ਵਿੱਚ ਪਾਓ, ਮੈਂ ਲੈਣ ਨੂੰ ਸਵੀਕਾਰ ਕਰਨ ਨੂੰ ਤਿਆਰ ਹਾਂ। ਇਸੇ ਕਰਕੇ ਇਸ ਮਨ ਮੈਲੇ ਦੇ ਕਰਕੇ ਇਹਦੀਆਂ ਵਿਚਾਰਾਂ ਵੀ ਮੈਲੀਆਂ ਨੇ, ਇਹਦਾ ਸੁਭਾਅ ਵੀ ਮੈਲਾ ਹੈ। ਕਿਉਂਕਿ ਸਤਿਗੁਰੂ ਜੀ ਨੇ ਨਿਰਣਾ ਦਿੱਤਾ ਹੈ ਮਨ ਮੈਲੇ ਸਭ ਕੁਛ ਮੈਲਾ। ਜੇ ਮਨ ਮੈਲਾ ਵਾ ਨਾ, ਤੇ ਮੈਲੇ ਮਨ ਨਾਲ ਭਾਵੇਂ ਜਿੰਨੀਆਂ ਮਰਜ਼ੀ ਸੇਵਾਵਾਂ ਦੇ ਦਾਅਵੇ ਕਰੀ ਜਾਵੇਗਾ, ਉਹਨਾਂ ਨੂੰ ਵੀ ਆਪਣੇ ਹੰਕਾਰ ਦੀ ਮੈਲ ਦੇ ਨਾਲ ਮੈਲਾ ਕਰ ਦੇਵੇਗਾ। ਅੱਜ ਇਸੇ ਕਰਕੇ ਸਾਡੀ ਜ਼ਿੰਦਗੀ ਦੇ ਵਿੱਚ ਚੜ੍ਹਦੀ ਕਲਾ ਨਹੀਂ ਹੈ। ਸਭ ਕੁਝ ਹੋਣ ਦੇ ਬਾਵਜੂਦ ਵੀ ਸਾਡੇ ਅੰਦਰ ਸਕੂਨ ਨਹੀਂ ਹੈ, ਕਿਉਂਕਿ ਸਾਡੇ ਅੰਦਰ ਮੈਲਾ ਮਨ ਹੈ, ਮੈਲੇ ਖਿਆਲ ਨੇ, ਮੈਲਾ ਸੁਭਾਅ ਹੈ। ਹੁਣ ਸਤਿਗੁਰ ਦੀ ਮੱਤ ਸਿੱਖ ਨੂੰ ਨਿਰਮਲ ਕਰਦੀ ਹੈ, ਸਮਝਦਾਰ ਬਣਾਉਂਦੀ ਹੈ, ਗਿਆਨਵਾਨ ਬਣਾਉਂਦੀ ਹੈ, ਸੁਚੇਤ ਕਰਦੀ ਹੈ। ਇਹ ਸਭ ਕੁਝ ਤਾਂ ਹੀ ਸੰਭਵ ਹੋਵੇਗਾ ਜੇ ਅਸੀਂ ਗੁਰਮਤ ਨੂੰ ਆਪਣੇ ਜੀਵਨ ਦੇ ਵਿੱਚ ਵਸਾਵਾਂਗੇ। ਸੋ ਇਹ ਯਤਨ ਹੈ, ਰੋਜ਼ਾਨਾ ਇੱਕ ਸ਼ਬਦ ਦਾ ਆਪਾਂ ਸਹਿਜ ਪਾਠ ਕਰਦੇ ਹਾਂ ਇਸ ਟਾਈਮ, ਤੇ ਉਸ ਸ਼ਬਦ ਦੀ ਹੀ ਵਿਚਾਰ ਕਰਦੇ ਹਾਂ, ਤਾਂ ਕਿ ਅਸੀਂ ਆਪਣੇ ਜੀਵਨ ਦੇ ਵਿੱਚ ਉਸ ਸ਼ਬਦ ਨੂੰ ਸਮਝ ਸਕੀਏ, ਵਿਚਾਰ ਸਕੀਏ। ਦੇਖੋ ਵੀਰ ਮੇਰਿਓ, ਟੀਕਿਆਂ ਦੇ ਨਾਲ ਪੋਥੀਆਂ ਭਰੀਆਂ ਪਈਆਂ ਨੇ, ਬਹੁਤ ਸਾਡੇ ਕੋਲ ਟੀਕੇ ਲਾਇਬ੍ਰੇਰੀਆਂ ਭਰੀਆਂ ਪਈਆਂ ਨੇ, ਗੁਰਬਾਣੀ ਦੇ ਅਰਥਾਵਲੀ ਬੋਧ ਦੇ ਨਾਲ ਕਿਤਾਬਾਂ ਭਰੀਆਂ ਪਈਆਂ ਨੇ। ਇਹ ਸਾਰਿਆਂ ਦਾ ਲਾਭ ਤਾਂ ਹੈ ਜੇ ਅਸੀਂ ਜੀਵਨ ਵਿੱਚ ਵਸਾਵਾਂਗੇ। ਗੁਰਬਾਣੀ ਦੀ ਵਿਚਾਰ ਤੇ ਹਰ ਇੱਕ ਗੁਰਦੁਆਰੇ ਦੇ ਵਿੱਚ ਕੀਤੀ ਜਾ ਰਹੀ ਹੈ। ਬੜੇ ਕਥਾਕਾਰ ਨੇ ਅੱਜ ਸਾਡੇ ਕੋਲ, ਬੜੇ ਵਧੀਆ ਕਥਾਕਾਰ ਨੇ ਵੀ। ਪਰ ਇਹ ਸਭ ਕੁਝ ਸੇਵਾਵਾਂ ਤਾਂ ਸੰਭਵ ਨੇ ਜੇ ਅਸੀਂ ਵੀ ਯਤਨ ਕਰਾਂਗੇ, ਕੁਝ ਆਪਣੇ ਜੀਵਨ ਨੂੰ ਵਸਾਉਣ ਦੀ, ਸਮਾਉਣ ਦੀ, ਆਪਣੇ ਜੀਵਨ ਵਿੱਚੋਂ ਇਹਨਾਂ ਕਰਮਕਾਂਡਾਂ ਪਖੰਡਾਂ ਨੂੰ ਬਾਹਰ ਕੱਢਣ ਦੀ। ਜਿੱਦਣ ਅਸੀਂ ਇਸ ਬੰਨੇ ਤੁਰਾਂਗੇ ਨਾ, ਸਾਡੀ ਜ਼ਿੰਦਗੀ ਦੇ ਵਿੱਚ ਜ਼ਾਹਿਰਾ ਤੌਰ 'ਤੇ ਸੱਚ ਸਮਾਵੇਗਾ। ਤੇ ਜਿੱਥੇ ਸੱਚ ਸਮਾਉਣ ਲੱਗ ਪੈਂਦਾ ਹੈ ਨਾ, ਉੱਥੇ ਇੱਕ ਗੱਲ ਚੇਤੇ ਰੱਖਿਓ, ਉੱਥੇ ਨਿਰਮਲਤਾ ਹੀ ਆਉਣ ਲੱਗ ਪੈਂਦੀ ਹੈ। ਉੱਥੇ ਝੂਠ ਨਹੀਂ ਫਿਰ ਟਿਕਦਾ, ਝੂਠ ਖੜਦਾ ਨਹੀਂ ਉੱਥੇ। ਤੇ ਐਸੇ ਸੱਚੇ ਮਨੁੱਖ ਦੀ ਮਿੱਤਰਤਾ ਵੀ ਸਚਿਆਰਾਂ ਨਾਲ ਰਹਿੰਦੀ ਹੈ। ਉਹਨੂੰ ਝੂਠਿਆਂ ਦੇ ਨਾਲ ਉਹਦੀ ਮਿੱਤਰਤਾ ਨਹੀਂ ਰਹਿੰਦੀ, ਕਿਉਂਕਿ ਉਹਨੂੰ ਸਮਝ ਪੈ ਜਾਂਦੀ ਹੈ ਕਿ ਐਸੇ ਮਿੱਤਰ ਲੋੜਨੇ ਨੇ ਜਿਹੜੇ ਸਚਿਆਰ ਹੈ। ਸਚਿਆਰ ਸਿੱਖ ਬੈਠਨ ਸਤਿਗੁਰੂ ਪਾਸ। ਫਿਰ ਸਚਿਆਰਤਾ ਹੀ ਗੁਰੂ ਦੇ ਨੇੜੇ ਲੈ ਕੇ ਆਉਂਦੀ ਹੈ, ਝੂਠ ਗੁਰੂ ਤੋਂ ਦੂਰ ਲੈ ਕੇ ਜਾਂਦਾ ਹੈ। ਕਿਉਂਕਿ ਬਾਣੀ ਸਚਿਆਰ ਹੈ, ਕਿਵ ਸਚਿਆਰਾ ਹੋਈਏ, ਕਿਵ ਕੂੜੇ ਟੁੱਟੇ ਪਾਲ ਦੇ ਸਿਧਾਂਤ ਨੂੰ ਲੈ ਕੇ ਆਉਂਦੀ ਹੈ। ਇਸ ਸਵਾਲ ਦੇ ਆਲੇ ਦੁਆਲੇ ਘੁੰਮਦੀ ਹੈ ਕਿ ਕਿਵੇਂ ਸਚਿਆਰ ਹੋਇਆ ਜਾਵੇ, ਕਿਵੇਂ ਕੂੜ ਦੀ ਕੰਧ ਤੋੜੀ ਜਾਵੇ,
ਹੁਣ ਇਹ ਤੇ ਉਹੀ ਕਰੂਗਾ ਨਾ ਜਿਹਦੇ ਅੰਦਰ ਥੋੜਾ ਜਿਹਾ ਸੱਚ ਦਾ ਬੀਜ ਬੀਜਿਆ ਜਾਵੇਗਾ। ਬਹੁਤਾਤ ਮਨੁੱਖ ਤੇ ਅੱਜ ਕਥਾ ਤੋਂ ਵੀ ਦੌੜ ਰਹੇ ਨੇ, ਗੁਰਦੁਆਰਿਓਂ ਦੌੜ ਰਹੇ ਨੇ, ਨਾ ਹੀ ਬਹਿਣਾ ਪਵੇ। ਸਾਰਾ ਦਿਨ ਐਤਵਾਰ ਨੂੰ ਮੈਂ ਕਈ ਵਾਰੀ ਵੇਂਦਾ ਰਿਹਾ ਅਮਰੀਕਾ ਦੇ ਵਿੱਚ, ਐਤਵਾਰ ਨੂੰ ਲੋਕੀ ਆਉਂਦੇ ਨੇ ਗੁਰਦੁਆਰਾ ਸਾਹਿਬ, ਗੁਰੂ ਘਰ ਆਪਣੇ ਬੱਚਿਆਂ ਨੂੰ ਲੈ ਕੇ ਮੱਥਾ ਟੇਕਣ, ਬਾਣੀ ਪੜ੍ਹਨ, ਵਿਚਾਰਨ, ਪਰ ਬਹੁਤਾਤ ਤੇ ਬਾਹਰ ਕੁਰਸੀਆਂ ਤੇ ਬਹਿ ਕੇ ਪਕੌੜੇ ਛਕ ਕੇ ਚੱਲ ਜਾਂਦੇ ਨੇ। ਉਹਨੂੰ ਕੋਈ ਪਤਾ ਹੀ ਨਹੀਂ ਵੀ ਕੀ ਕਥਾ ਹੋ ਰਹੀ ਹੈ, ਕੀ ਕੀਰਤਨ ਹੋ ਰਿਹਾ। ਕਿਉਂਕਿ ਗੁਰਦੁਆਰੇ ਅੱਜ ਕਮਿਊਨਿਟੀ ਸੈਂਟਰ ਤੇ ਬਣ ਗਏ ਨੇ, ਇੱਕ ਦੂਸਰੇ ਦੇ ਮਿਲਾਪ ਦੇ ਕੇਂਦਰ ਬਣ ਗਏ ਨੇ, ਪਿਆਰ ਦੇ ਕੇਂਦਰ ਨਹੀਂ। ਇੱਕ ਢਾਡੀ ਜਥਾ, ਇੱਕ ਵਿਸ਼ਰੀ ਜਥਾ ਕੀ ਇਤਿਹਾਸ ਸੁਣਾ ਰਿਹਾ ਹੈ, ਕਿੰਨੀ ਮਿਹਨਤ ਦੇ ਨਾਲ ਉਹ ਅੰਦਰ ਬਹਿ ਕੇ ਗੁਰਮਤਿ ਦੀ ਬਾਤਾਂ ਤੁਹਾਡੇ ਤੱਕ ਪਹੁੰਚਾ ਰਿਹਾ ਹੈ। ਅਸੀਂ ਨਹੀਂ ਸੁਣਨੀਆਂ, ਸਾਡਾ ਕੀ ਲੈਣਾ ਦੇਣਾ ਹੈ। ਹਾਂ, ਸਾਡੇ ਘਰ ਦਾ ਅਖੰਡ ਪਾਠ ਹੋਵੇਗਾ, ਸਾਡੀ ਸਿਫਤ ਵਿੱਚ 4 ਬੋਲ ਕੋਈ ਗ੍ਰੰਥੀ ਕਵੇਗਾ, ਅਸੀਂ ਸੁਣ ਲਵਾਂਗੇ ਕੰਨ ਦੇ ਨਾਲ, ਪਰ ਗੁਰੂ ਦੀ ਗੱਲ ਨਹੀਂ ਸੁਣਨੀ। ਇਸੇ ਮਿਲ ਕੇ ਸਿੱਖੀਏ। ਜਿਹੜਾ ਸਿਧਾਂਤ ਹੈ ਨਾ, ਸਤਿਗੁਰੂ ਕਾਵੋ ਸਿੱਖ ਸਤਿਗੁਰ ਕੇ ਪਿਆਰਿਓ, ਗਾਵੋ ਸੱਚੀ ਬਾਣੀ। ਆਓ ਰਲ ਮਿਲ ਕੇ ਵਿਚਾਰੀਏ, ਆਪਣੇ ਜੀਵਨ ਦੇ ਵਿੱਚੋਂ ਕਮੀਆਂ ਨੂੰ ਕੱਢੀਏ, ਆਪਣੇ ਜੀਵਨ ਦੇ ਵਿੱਚ ਸੱਚ ਲੈ ਕੇ ਆਈਏ। ਅਸੀਂ ਆਪਣੇ ਬੱਚਿਆਂ ਨੂੰ ਸੱਚਾ ਜੀਵਨ ਜਿਉਣ ਦੀ ਆਦਤ ਪਾਈਏ। ਇਹ ਸਭ ਕੁਝ ਤਾਂ ਸੰਭਵ ਹੋਵੇਗਾ ਜੇ ਤੁਸੀਂ ਆਪ ਸੱਚ ਦੀ ਕਸਵੱਟੀ ਤੇ ਤੁਰਾਂਗੇ। ਤੋ ਯਤਨ ਆ, ਆਓ ਰਲ ਮਿਲ ਕੇ ਵਿਚਾਰ ਕਰੀਏ, ਆਓ ਰਲ ਮਿਲ ਕੇ ਗੁਰੂ ਜੀ ਦੇ ਸ਼ਬਦਾਂ ਨੂੰ ਜਾਣੀਏ, ਗੁਰੂ ਦੇ ਗਿਆਨ ਨੂੰ ਸਮਝੀਏ। ਸੋ ਅੱਜ ਦਾ ਪਾਵਨ ਰਹਾਉ ਦਾ ਬੰਦ ਜਿਹੜਾ ਸਤਿਗੁਰੂ ਗੁਰਦੇਵ ਜੀ ਨੇ ਪਾਵਨ ਸ਼ਬਦ ਵਿੱਚ ਸਮਝਾਇਆ ਹੈ, ਸਤਿਗੁਰੂ ਜੀ ਕਹਿੰਦੇ ਨੇ, ਗੁਰ ਬਿਨ ਕਿਉਂ ਤਰੀਐ ਸੁਖ ਹੋਏ, ਕਿਉਂ ਤਰੀਐ, ਨਹੀਂ ਤਰਿਆ ਜਾ ਸਕਦਾ। ਸਤਿਗੁਰੂ ਜੀ ਕਹਿੰਦੇ, ਸਤਿਗੁਰੂ ਗੁਰੂ ਸ਼ਬਦ ਦੀ ਵਿਚਾਰ ਤੋਂ ਬਿਨਾਂ, ਗੁਰੂ ਜੀ ਦੇ ਚਰਨਾਂ ਵਿੱਚ ਆਉਣ ਤੋਂ ਬਿਨਾਂ, ਗੁਰੂ ਦੇ ਗਿਆਨ ਤੋਂ ਬਿਨਾਂ ਇਹ ਜੁਗਤੀ ਨਹੀਂ ਸਮਝ ਆ ਸਕਦੀ ਕਿ ਇਸ ਸੰਸਾਰ ਸਾਗਰ ਨੂੰ ਪਾਰ ਕਿਵੇਂ ਕੀਤਾ ਜਾਵੇ। ਇਹ ਸਮਝ ਨਹੀਂ ਆ ਸਕਦੀ ਕਿ ਇਸ ਸੰਸਾਰ ਤੋਂ ਪਾਰ ਕਿਵੇਂ ਲੰਘਿਆ ਜਾਵੇ, ਕਿਵੇਂ ਆਤਮਿਕ ਆਨੰਦ ਮਿਲੇ, ਕਿਵੇਂ ਜੀਵਨ ਖੇੜੇ ਵਿੱਚ ਰਵੇ। ਇਸ ਗੱਲ ਦੀ ਕੁੰਜੀ ਗੁਰੂ ਦੇ ਕੋਲ ਹੈ, ਇਹਦੀ ਚਾਬੀ ਗੁਰੂ ਸ਼ਬਦ ਕੋਲ ਹੈ। ਗੁਰੂ ਸ਼ਬਦ ਦੇ ਵਿੱਚੋਂ ਹੀ, ਗੁਰੂ ਦੇ ਸ਼ਬਦ ਦੇ ਗਿਆਨ ਨੂੰ ਲੈ ਕੇ ਹੀ, ਸਮਝ ਨੂੰ ਲੈ ਕੇ ਹੀ ਇਹ ਸਮਝਿਆ ਜਾ ਸਕਦਾ ਹੈ ਕਿ ਜੀਵਨ ਕਿਵੇਂ ਸੁੱਖ ਮਹਿਸੂਸ ਕਰੇ, ਜੀਵਨ ਵਿੱਚ ਕਿਵੇਂ ਆਤਮਿਕ ਆਨੰਦ ਤੇ ਖੇੜਾ ਰਵੇ। ਜਦੋਂ ਜੀਵਨ ਦੇ ਵਿੱਚ ਫਿਰ ਆਤਮਿਕ ਆਨੰਦ ਤੇ ਖੇੜਾ ਲਿਆਉਣ ਦੀ ਕੀ ਤਰਤੀਬ ਹੈ, ਸਤਿਗੁਰੂ ਜੀ ਅਗਲਾ ਬੰਦ ਕਹਿੰਦੇ, ਜਿਉਂ ਭਾਵ ਹੈ ਤਿਉਂ ਰਾਖ ਤੂੰ, ਮੈਂ ਅਵਰ ਨ ਦੂਜਾ ਕੋਏ ਰਹਾਉ। ਹੁਣ ਇਹ ਗੱਲ ਸਰੈਂਡਰ ਦੀ ਹੈ। ਜਦੋਂ ਮਨੁੱਖ ਸਮਰਪਣ ਕਰਦਾ ਹੈ, ਸਰੈਂਡਰ ਕਰਦਾ ਹੈ, ਆਪਣੀ ਮਰਜ਼ੀ ਛੱਡਦਾ ਹੈ, ਗੁਰੂ ਦੀ ਮਰਜ਼ੀ ਧਾਰਨ ਕਰਦਾ ਹੈ, ਉਹਦੇ ਮੁਖ ਚੋਂ ਹੀ, ਉਹਦੇ ਹਿਰਦੇ ਚੋਂ ਹੀ ਫਿਰ ਇਹ ਬਾਤ ਨਿਕਲਦੀ ਹੈ, ਜਿਉਂ ਭਾਵ ਹੈ ਤਿਉਂ ਰਾਖ ਤੂੰ। ਹੇ ਮੇਰੇ ਪਾਤਸ਼ਾਹ ਜੀ, ਜਿਵੇਂ ਤੂੰ ਰੱਖਣਾ ਚਾਹੁੰਦਾ ਨਾ, ਉਵੇਂ ਮੈਨੂੰ ਰੱਖ। ਕਿਉਂਕਿ ਮੈਨੂੰ ਇੱਕ ਗੱਲ ਪਤਾ ਹੈ, ਜਿਵੇਂ ਇੱਕ ਬਾਪ ਆਪਣੇ ਬੱਚੇ ਨੂੰ ਇਹ ਸੋਚਦਾ ਹੈ ਕਿ ਮੈਂ ਆਪਣੇ ਬੱਚੇ ਦੇ ਤਮਾਮ ਸੁੱਖ ਝੋਲੀ ਵਿੱਚ ਪਾਵਾਂ, ਅਸੀਂ ਵੀ ਕਿਤੇ ਨਾ ਕਿਤੇ ਪਿਤਾ ਦਾ ਫਰਜ਼ ਨਿਭਾ ਰਹੇ ਹਾਂ। ਅਸੀਂ ਆਪਣੇ ਬੱਚਿਆਂ ਦੀਆਂ ਹਰ ਇੱਕ ਲੋੜਾਂ ਨੂੰ ਜਾਣਦੇ ਹਾਂ। ਸਾਨੂੰ ਪਤਾ ਹੈ ਕਿਹੜੀ ਬਹੁਤ ਜ਼ਰੂਰੀ ਲੋੜ ਹੈ ਮੇਰੇ ਬੱਚੇ ਵਾਸਤੇ। ਕਈ ਵਾਰੀ ਬਿਨਾਂ ਮੰਗੇ ਹੀ ਆਪਾਂ ਆਪਣੇ ਬੱਚੇ ਦੀਆਂ ਉਹ ਲੋੜਾਂ ਪੂਰੀਆਂ ਕਰਦੇ ਹਾਂ। ਇਵੇਂ ਜਿੱਦਣ ਬਾਪ ਸਮਝ ਲਵਾਂਗੇ ਨਾ ਪ੍ਰਮਾਤਮਾ ਨੂੰ, ਉਦਣ ਇਹ ਗੱਲ ਜੀਵਨ ਵਿੱਚ ਘਰ ਘਰ ਜਾਵੇਗੀ, ਮੈਨੂੰ ਮੰਗਣ ਦੀ ਲੋੜ ਨਹੀਂ। ਉਹ ਸਾਂਝਾ ਬਾਪ ਹਮਾਰਾ, ਉਹ ਐਸਾ ਪਿਤਾ ਹੈ ਜਿਹਨੂੰ ਸਭ ਪਤਾ ਹੈ ਵੀ ਇਹਨੂੰ ਕੀ ਦੇਣਾ ਹੈ, ਕਦੋਂ ਦੇਣਾ ਹੈ। ਫਿਰ ਬੇਫਜ਼ੂਲ ਦੀਆਂ ਮੰਗਾਂ ਤੇ ਤ੍ਰਿਸ਼ਨਾ ਜੀਵਨ ਦੇ ਵਿੱਚੋਂ ਮਿਟਣ ਲੱਗ ਪਵੇਗੀ। ਫਿਰ ਸਹਿਜ ਤੇ ਸੰਤੋਖ ਜੀਵਨ ਵਿੱਚ ਆ ਜਾਵੇਗਾ। ਫਿਰ ਜਿਉਂ ਭਾਵ ਹੈ ਤਿਉਂ ਰਾਖ ਤੂੰ, ਮੈਂ ਅਵਰ ਨ ਦੂਜਾ ਕੋਏ। ਫਿਰ ਇਹ ਭਾਵਨਾ ਬਣ ਜਾਵੇਗੀ, ਤੇਰੇ ਬਿਨਾਂ ਮੈਂ ਹੋਰ ਨਹੀਂ ਕਿਤੇ ਜਾਣਾ। ਆਪਣੇ ਬਾਪ ਦਾ ਦਰ ਛੱਡ ਕੇ ਗੁਆਂਢੀਆਂ ਦੇ ਕੋਲ ਕੋਈ ਮੰਗਦਾ ਫਿਰੇ, ਗੁਆਂਢੀ ਕਦ ਤੱਕ ਦੇ ਦੇਣਗੇ। ਹੇ ਪਾਤਸ਼ਾਹ ਜੀ, ਮੈਂ ਤੈਨੂੰ ਛੱਡ ਕੇ ਹੋਰ ਕਿਤੇ ਨਹੀਂ ਜਾਣਾ, ਤੇਰੇ ਬਿਨਾਂ ਮੇਰਾ ਹੋਰ ਕੋਈ ਟਿਕਾਣਾ ਨਹੀਂ ਹੈ। ਜਿਉਂ ਭਾਵ ਹੈ ਤਿਉਂ ਰਾਖ ਤੂੰ, ਮੈਂ ਅਵਰ ਨ ਦੂਜਾ ਕੋਏ। ਜਿਵੇਂ ਤੂੰ ਮੈਨੂੰ ਰੱਖਦਾ ਹੈ ਤਿਵੇਂ ਮੈਂ ਤੇਰੀ ਰਜ਼ਾ ਵਿੱਚ ਰਵਾਂਗਾ, ਕਿਉਂਕਿ ਮੇਰੇ ਵਾਸਤੇ ਕੋਈ ਆਸਰਾ, ਹੋਰ ਕੋਈ ਸਹਾਰਾ ਨਾ ਮੈਂ ਭਾਲਣਾ ਹੈ ਤੇ ਨਾ ਮੈਂ ਹੋਰ ਬੰਨੇ ਕਿਤੇ ਜਾਣਾ ਹੈ। ਕਿਉਂਕਿ ਮੇਰਾ ਤੇ ਸਭ ਕੁਝ ਤੂੰ ਹੈ, ਮੇਰਾ ਮਾਣ ਤੂੰ ਹੈ, ਮੇਰਾ ਤਾਣ ਤੂੰ ਹੈ। ਤੇਰੇ ਹੀ ਦਰ ਤੇ ਮੈਂ ਸਭ ਕੁਝ ਮੰਗਣਾ ਹੈ। ਰਹਾਉ। ਇਹ ਰਹਾਉ ਦੀਆਂ ਪੰਕਤੀਆਂ ਨੇ। ਹੁਣ ਪਹਿਲਾ ਬੰਦ ਪਾਵਨ ਸ਼ਬਦ ਦਾ ਹੈ,
सतगुरु गुरुदेव जी महाराज जी समझा रहे ने, नानक बेड़ी सच की तरिए गुर विचार। बेड़ी का अर्थ है किश्ती। नानक जी आखदे, हे नानक, जे तू इस संसार समुद्र तो पार लंघना चाहुंदा, जे तू संसार दे विच रहण दी जुगती सिੱਖਣਾ ਚਾਹੁੰਦਾ तो इक्को एक तरीका है। वो की है? संसार दे इस अथाह समुद्र तो, इस डूंघे समुद्र तो जे तू पार लंघना है, गुरु की सिੱਖਿਆ उत्ते चल, गुरु के उपदेशों के उत्ते चल। हुण असीं अज डिग्रियां कीतियां ने, बहुत असीं पढ़ गए हैं। किवें पढ़े हैं? जदों असीं फॉलो कीतियां ने पुस्तकां, अपने टीचर नूं फॉलो कीता है, अपने प्रोफैसर नूं, लैक्चरार नूं फॉलो कीता है, फिर ही असीं अगे तुरे हैं। एक तरीका मिलिया तुरन दा, किवें पढ़ना है, किवें याद करना है, किवें लिखना है। ये सारियां चीज़ां सिੱਖੀਆਂ ना असीं, फिर ही असीं विद्यावान पढ़े लिखे हुए हैं। एक बंदा कार दा मैकेनिक है, पहले दिन तो नहीं बन जाता, हौली हौली सिੱਖਦਾ है। ਇਹਦਾ मैं किवें चलाउणा है, इस गड्डी नूं किवें मैकेनिकल तौर पर ठीक करना है, हौली हौली सीख के एक दिन मैकेनिक बन जाता है। हुण उहनूं आखो तूं इहदे उपर पुस्तक लिख देवेगा, पुस्तक भी किवें कार चलदी है, किवें कार दे विच तेल पैंदा है, किवें इहदा इंजन सैट हुंदा है, सब कुछ लिख देवेगा। पर उस तों पहिलां उहनूं सिੱਖਣਾ पिਆ है, समझना पिਆ है, उपदेश ग्रहण करने पए ने। इवें सानूं अपने जीवन दे विच जे जिंदगी नूं ईमानदारी नाल जीउणा है ना, जे जिंदगी दे विच सच्चता सचियारता दा जीवन जीउणा है, फिर फॉलो करना पवेगा गुरु ग्रंथ साहिब नूं, क्योंकि गुरु ग्रंथ साहिब की विचारधारा सच्चाई ते खलोती है, अटल सच है, किसी धर्म की इहदे विच नखेदी नहीं। सब तो पहलां तो यह गल समझनी है, मानवता का इक्को एक धर्म है, वह है इंसानियत का, मनुखता का। गुरु ग्रंथ साहिब मनुख बनाउंदा है, इंसान बनाउंदा है, देवते बनाउंदा है, दैवी गुण प्रगट करता है। सतगुरु गुरु ग्रंथ साहिब वंडियां नहीं पाउंदा, ये हिंदू है, ये मुसलमान है, ये सिख है, ईसाई है, ये वंडियां नहीं गईयां गुरु ग्रंथ साहिब दे विच। सतगुरु गुरु ग्रंथ साहिब जी का उपदेश सारियां वास्ते एक बराबर है, सारियां वास्ते गुरु की मत है। जे वंडियां पाउणियां हुंदियां, फिर गुरु ग्रंथ साहिब विच केवल गुरु साहिबान अपनी बाणी दर्ज करते, फिर की लोड़ पई सी बाबा कबीर जी नूं नाल बिठाउण दी। ये वंडियां ना रहन, ये धर्म के नां ते आपस दे विच लड़ाई झगड़े ना पैण, इसे करके समुचे भगतां नूं भी एक जगह बिठाया। ब्राह्मण भगत बीपा बिठाया, रविदास जी भगत बैठे, भगत कबीर जी बैठे, सारियां नूं एक प्लेटफॉर्म ते इकट्ठा किया, ताकि एक विचारधारा हर एक मनुख की बन जाए, एक सोच बन जाए। पर असीं नहीं रहन दित्ती वो विचारधारा, क्योंकि असीं सच की बेड़ी ते चढ़े ही नहीं। असी बाणी पढ़ी जरूर है, पर बाणी विचारी नहीं गी। असी केवल अपने मन के अंदर उही कमजोरियां ने, साडे अंदर उही मोह माया है, उही सब कुछ साडे अंदर बेईमानी टिकी है, मुख तो बाणी भी पढ़ी जा रहे। साडा ते उही हाल है, कहंदे सतगुरु गुरुदेव जी महाराज कहंदे ना, कहंदे शरबत नूं पी जाओ, अंदर नगाओ ना। हुण मूँह दे विच ते मिठास रवे ते अंदर जहर रवे। असी मुख तो बाणी पढ़न का नाटक तो कर रहे हैं, पर अंदर बाणी का रस नहीं गया। इसे करके अंदर उन्नी मैड़ है, अंदर उन्ना ही कपट है, अंदर उन्नी बेईमानी है। सतगुरु कहंदे, नानक बेड़ी सच की तरिए गुर विचार। कहंदे, हे नानक, जे इस संसार के अथाह समुद्र नूं पार लंघना चाहुंदा है, तो गुरु की सिੱਖਿਆ उत्ते तुर, गुरु के रस्ते उत्ते तुर, गुरु के मार्ग ते तुर। इस मार्ग ते तुरन वास्ते अपनी मत त्याग ते सच नूं अपनी बेड़ी बना, ते गुरु की विचार नूं अपने जीवन का आधार बना, ते तू तर जावेंगा इथों। एक आवहीं एक जावहीं, पूर भरे अहंकार। एक दा अर्थ है अनेकां जीव, कक्के नूं सिहारी है, अनेकां जीव। सतगुरु कहंदे, अनेकां ही जीव इस संसार दे विच आए हन, जो अपने अकल का माण कर रहे हैं, अकल का अहंकार करके अपनियां सियाणपां ते चतुराइयां दे पिछे लग के कुराए पए हुए हैं, ते नित अपने अहंकार दे ही बोल बोलते हैं, ते जिस अहंकार दे कारण नित आत्मिक मौत मरते हैं।
ਨਿਤ ਆਪਣੇ ਅੰਦਰ ਆਪਣੀ ਆਤਮਿਕ ਮੌਤ ਸਹੇੜ ਰਹੇ ਹਨ। ਨਾ ਉਹਨਾਂ ਦਾ ਜੀਵਨ ਸੁਖੀ ਹੈ ਤੇ ਨਾ ਉਹ ਕਿਸੇ ਨੂੰ ਸੁਖੀ ਵਸਣ ਦਿੰਦੇ ਹਨ। ਇੱਕ ਆਵਹਿ ਇੱਕ ਜਾਵਹੀਂ। ਸਤਿਗੁਰੂ ਕਹਿੰਦੇ ਕਈ ਇਸ ਧਰਤੀ ਤੇ ਆਏ ਨੇ, ਕਈ ਚਲੇ ਗਏ ਨੇ, ਪੂਰ ਭਰੇ ਅਹੰਕਾਰ। ਅਹੰਕਾਰ ਦੇ ਮਾਰੇ ਹੋਏ, ਅਹੰਕਾਰ ਨਾਲ ਭਰੇ ਹੋਏ, ਜੋ ਅਹੰਕਾਰ ਨਾਲ ਜਿਨ੍ਹਾਂ ਨੇ ਆਪਣੀ ਮੱਤ ਮਾਰ ਲਈ ਸੀ, ਐਸੇ ਮਨੁੱਖ ਇਹੀ ਦੁਨੀਆ ਦੇ ਵਿੱਚ ਵਹਿਮ ਕਰਕੇ ਬੈਠੇ ਰਹੇ ਅਸੀਂ ਹੀ ਦੁਨੀਆ ਤੋਂ ਸਭ ਤੋਂ ਜ਼ਿਆਦਾ ਸਿਆਣੇ ਹਾਂ। ਅੱਜ ਮਨੁੱਖ ਨੂੰ ਗਿਆਨ ਆ ਜਾਵੇ ਨਾ, ਇਹ ਵਹਿਮ ਪੈ ਜਾਂਦਾ ਹੈ ਵੀ ਮੈਂ ਬਹੁਤ ਸਿਆਣਾ ਤੇ ਸਮਝਦਾਰ ਹੋ ਗਿਆ, ਫਿਰ ਹਜੇ ਉਹਨੂੰ ਗੁਰਮਤਿ ਦੀ ਬਾਤ ਸਮਝ ਨਹੀਂ ਆਈ। ਗੁਰਮਤਿ ਜਿਵੇਂ ਜਿਵੇਂ ਜੀਵਨ ਵਿੱਚ ਘਰ ਕਰਦੀ ਹੈ ਨਾ, ਜਿਵੇਂ ਅੰਬ ਦੇ ਬੂਟੇ ਨੂੰ ਫਲ ਲੱਗਦਾ ਹੈ ਤੇ ਅੰਬ ਦਾ ਰੁੱਖ ਥੱਲੇ ਨੀਵਾਂ ਹੁੰਦਾ ਜਾਂਦਾ ਹੈ, ਇਵੇਂ ਹੀ ਜਦੋਂ ਮਨੁੱਖ ਦੇ ਜੀਵਨ ਦੇ ਵਿੱਚ ਸੱਚ ਵਸਦਾ ਹੈ, ਮਨੁੱਖ ਦੇ ਅੰਦਰ ਨਿਮਰਤਾ ਆਉਣੀ ਸ਼ੁਰੂ ਹੋ ਜਾਂਦੀ ਹੈ, ਪਿਆਰ ਆਉਣਾ ਸ਼ੁਰੂ ਹੋ ਜਾਂਦਾ ਹੈ, ਮਨੁੱਖ ਝੁਕਣ ਲੱਗ ਪੈਂਦਾ ਹੈ। ਤੇ ਜੇ ਮਨੁੱਖ ਝੁਕਦਾ ਨਹੀਂ ਨਾ, ਫਿਰ ਉਹ ਭਾਵੇਂ ਕਿੰਨੇ ਦਾਅਵੇ ਕਰੇ, ਮੈਂ ਬੜਾ ਨਿਤਨੇਮੀ ਹਾਂ, ਮੈਂ ਬਾਣੀ ਬਹੁਤ ਪੜ੍ਹਦਾ ਹੈ, ਮੈਂ ਬਹੁਤ ਪਾਠ ਕਰਦਾ ਹੈ, ਸਤਿਗੁਰੂ ਕਹਿੰਦੇ ਕੀ ਫਾਇਦਾ, ਨਿਮਰਤਾ ਤੇ ਤੇਰੇ ਵਿੱਚ ਹੈ ਕੋਈ ਨਹੀਂ। ਫਿਰ ਤੇ ਅਨਕ ਤਪੱਸਿਆ ਕਰੇ ਅਹੰਕਾਰ, ਫਿਰ ਤੇ ਤਪੱਸਿਆ ਤੇਰੇ ਅੰਦਰ ਹੰਕਾਰ ਪੈਦਾ ਕਰਕੇ ਲੈ ਕੇ ਆਈ ਹੈ, ਨਿਮਰਤਾ ਨਹੀਂ ਲੈ ਕੇ ਆਈ। ਚਾਹੀਦਾ ਤੇ ਇਹ ਸੀ ਬਾਣੀ ਜਿਵੇਂ ਜਿਵੇਂ ਜੀਵਨ ਵਿੱਚ ਘਰ ਕਰਦੀ, ਤੂੰ ਬਾਣੀ ਬਣਨ ਲੱਗ ਪੈਂਦਾ, ਤੇਰਾ ਸਿਰ ਝੁਕਣ ਲੱਗ ਪੈਂਦਾ, ਨਿਮਰਤਾ ਤੇ ਪ੍ਰੇਮ ਦਾ ਤੂੰ ਧਾਰਨੀ ਬਣ ਜਾਂਦਾ, ਤੇਰੇ ਬੋਲਾਂ ਵਿੱਚ ਮਿਠਾਸ ਹੁੰਦੀ। ਪਰ ਸਤਿਗੁਰੂ ਕਹਿੰਦੇ ਇੱਕ ਆਵਹਿ ਇੱਕ ਜਾਵਹੀਂ, ਪੂਰ ਭਰੇ ਅਹੰਕਾਰ। ਕਹਿੰਦੇ ਅਨੇਕਾਂ ਹੀ ਜੀਵ ਇਸ ਧਰਤੀ ਤੇ ਆਉਂਦੇ ਨੇ, ਚਲੇ ਜਾਂਦੇ ਨੇ, ਬਹੁਤਾਤ ਉਹਨਾਂ 'ਚੋਂ ਐਸੇ ਨੇ ਜਿਹੜੇ ਅਹੰਕਾਰ ਦੇ ਮਾਰੇ ਆਪਣਾ ਜੀਵਨ ਬਰਬਾਦ ਕਰਦੇ ਨੇ। ਮਨ ਹਠ ਮਤੀ ਬੁੱਢੀਐ, ਗੁਰਮੁਖ ਸੱਚ ਸੋ ਤਾਰ। ਮਨ ਹਠ, ਮਨ ਦੇ ਹੱਠ ਵਿੱਚ, ਮਨ ਦੀ ਮੱਤ ਪਿੱਛੇ, ਬੂਢੀਏ ਦਾ ਅਰਥ ਹੈ ਡੁੱਬ ਰਹੇ ਹਨ। ਗੁਰਮੁਖ ਸੱਚ ਸੋ ਤਾਰ, ਪਰ ਜਿਹੜੇ ਗੁਰਮੁਖ ਗੁਰੂ ਦੇ ਸਨਮੁਖ ਨੇ ਉਹ ਸੱਚ ਦੇ ਨਾਲ ਤਰ ਜਾਂਦੇ ਹਨ। ਪੂਰੀ ਪੰਕਤੀ ਦੇ ਅਰਥ ਨੇ, ਸਭ ਕਹਿੰਦੇ ਆਪਣੀ ਅਕਲ ਦੇ ਹੇਠ ਤੁਰਨ ਵਾਲੇ ਇਸ ਸੰਸਾਰ ਸਮੁੰਦਰ ਵਿੱਚ ਵਿਕਾਰਾਂ ਦੀ ਦਲਦਲ ਵਿੱਚ ਡੁੱਬ ਜਾਂਦੇ ਹਨ। ਇਸ ਸੰਸਾਰ ਸਮੁੰਦਰ ਵਿੱਚ ਵਿਕਾਰਾਂ ਦੀ ਦਲਦਲ ਵਿੱਚ ਡੁੱਬ ਜਾਂਦੇ ਹਨ, ਉਹ ਪਾਰ ਨਹੀਂ ਲੰਘ ਪਾਉਂਦੇ, ਕਿਉਂਕਿ ਉਹਨਾਂ ਦਾ ਜੀਵਨ ਵਿਕਾਰੀ ਰਹਿੰਦਾ ਹੈ। ਤੇ ਜਿਹੜੇ ਮਨੁੱਖ ਗੁਰੂ ਦੇ ਦੱਸੇ ਰਾਹ ਉੱਤੇ ਤੁਰ ਪੈਂਦੇ ਹਨ, ਉਹ ਪ੍ਰਮਾਤਮਾ ਦੀ ਬਖਸ਼ਿਸ਼ ਦੇ ਨਾਲ, ਗੁਰੂ ਦੇ ਗਿਆਨ ਦੇ ਨਾਲ ਉਹਨਾਂ ਨੂੰ ਇਸ ਸੰਸਾਰ ਦੇ ਵਿੱਚ ਜਿਉਣਾ ਆ ਜਾਂਦਾ ਹੈ। ਕਿਵੇਂ ਪਾਰ ਲੰਘਣਾ ਹੈ, ਇਹ ਜੁਗਤੀ ਉਹਨਾਂ ਨੂੰ ਸਮਝ ਆ ਜਾਂਦੀ ਹੈ। ਗੁਰ ਬਿਨ ਕਿਉਂ ਤਰੀਐ ਸੁਖ ਹੋਏ। ਸਤਿਗੁਰੂ ਜੀ ਕਹਿੰਦੇ ਗੁਰੂ ਦੀ ਸ਼ਰਨ ਵਿੱਚ ਆਉਣ ਤੋਂ ਬਿਨਾਂ, ਗੁਰੂ ਜੀ ਕੇ ਉਪਦੇਸ਼ਾਂ ਨੂੰ ਕਮਾਉਣ ਤੋਂ ਬਿਨਾਂ, ਗੁਰਬਾਣੀ ਦੇ ਦੱਸੇ ਰਾਹ ਤੋਂ ਤੁਰਨ ਤੋਂ ਬਿਨਾਂ ਆਤਮਿਕ ਆਨੰਦ ਨਹੀਂ ਮਿਲ ਸਕਦਾ। ਜਿਉਂ ਭਾਵ ਹੈ ਤਿਉਂ ਰੱਖ ਤੂੰ, ਮੈਂ ਅਵਰ ਨ ਦੂਜਾ ਕੋਏ। ਹੇ ਮੇਰੇ ਪ੍ਰਮਾਤਮਾ ਪ੍ਰਭੂ ਜੀ, ਮੈਨੂੰ ਤੇ ਇੱਕ ਹੀ ਗੱਲ ਸਮਝ ਆਈ ਹੈ, ਮੇਰੀ ਆਪਣੀ ਕੋਈ ਸਿਆਣਪ, ਕੋਈ ਚਤੁਰਾਈ ਨਹੀਂ। ਜਿਵੇਂ ਤੁਹਾਨੂੰ ਚੰਗਾ ਲੱਗਦਾ ਨਾ, ਤਿਵੇਂ ਮੈਨੂੰ ਰੱਖੋ, ਕਿਉਂਕਿ ਮੈਂ ਤੁਹਾਡੇ ਤੋਂ ਬਿਨਾਂ ਕਿਸੇ ਹੋਰ ਦਾ ਆਸਰਾ ਨਹੀਂ ਤੱਕਣਾ ਚਾਹੁੰਦਾ। ਮੈਂ ਮੁਥਾਜ ਕੇਵਲ ਪ੍ਰਮਾਤਮਾ ਜੀ ਤੁਹਾਡਾ ਰਹਿਣਾ ਚਾਹੁੰਦਾ ਹੈ। ਮੈਂ ਗੁਲਾਮ ਜੇ ਕੋਈ ਬਣਨਾ ਚਾਹੁੰਦਾ ਹੈ ਤੇ ਹੇ ਅਕਾਲ ਪੁਰਖ ਜੀ ਤੁਹਾਡਾ ਬਣਨਾ ਚਾਹੁੰਦਾ ਹੈ। ਮੈਂ ਲੋਕਾਂ ਦਾ ਗੁਲਾਮ ਨਹੀਂ ਬਣਨਾ ਚਾਹੁੰਦਾ। ਹੇ ਪਾਤਸ਼ਾਹ ਜੀ, ਤੇਰੀ ਗੁਲਾਮੀ ਸਰਦਾਰੀ ਸਿਖਾਉਂਦੀ ਹੈ, ਤੇਰੀ ਗੁਲਾਮੀ ਹਿਰਦੇ ਵਿੱਚ ਵਫਾਦਾਰੀ ਸਿਖਾਉਂਦੀ ਹੈ, ਮਨੁੱਖਾਂ ਦੀ ਗੁਲਾਮੀ ਚਾਪਲੂਸੀ ਸਿਖਾਉਂਦੀ ਹੈ, ਮਨੁੱਖਾਂ ਦੀ ਗੁਲਾਮੀ ਗਦਾਰੀ ਸਿਖਾਉਂਦੀ ਹੈ, ਤੇ ਮੈਂ ਮਨੁੱਖਾਂ ਦਾ ਗੁਲਾਮ ਨਹੀਂ ਬਣਨਾ ਚਾਹੁੰਦਾ। ਹੇ ਪਾਤਸ਼ਾਹ ਜੀ, ਮੈਂ ਤੁਹਾਡਾ ਗੁਲਾਮ ਬਣਨਾ ਚਾਹੁੰਦਾ। ਤੁਸੀਂ ਕਿਰਪਾ ਕਰੋ, ਜਿਉਂ ਭਾਵ ਹੈ ਤਿਉਂ ਰਾਖ ਤੂੰ, ਮੈਂ ਅਵਰ ਨਾ ਦੂਜਾ ਕੋਈ। ਆਗੈ ਦੇਖੋ ਡੋ ਜਲੈ, ਪਾਛੈ ਹਰਿਓ ਅੰਗੂਰ। ਸਤਿਗੁਰੂ ਗੁਰਦੇਵ ਜੀ ਇੱਕ ਉਦਾਹਰਨ ਦੇ ਰਹੇ ਨੇ। ਕਹਿੰਦੇ ਜਗਤ ਵਿੱਚ ਜਦੋਂ ਜੰਗਲ ਜਿਹੜਾ ਹੈ ਨਾ, ਕਹਿੰਦੇ ਜੰਗਲ ਵਿੱਚ ਤੁਸੀਂ ਵੇਖੋ ਜਦੋਂ ਅੱਗ ਲੱਗਦੀ ਹੈ ਤੇ ਜਿਹੜੇ ਤਣੇ ਹੋਏ ਰੁੱਖ ਹੁੰਦੇ ਨੇ ਨਾ, ਸੁੱਕੇ ਹੋਏ ਤਣੇ ਹੋਏ, ਉਹ ਸੜ ਬਲ ਕੇ ਸੁਆਹ ਹੋ ਜਾਂਦੇ ਨੇ। ਪਰ ਜਿਹੜੇ ਨਿੱਕੇ ਨਿੱਕੇ ਕੁਲੁੰਬਰਾਂ ਜਿਹੜੀਆਂ ਧਰਤੀ ਚੋਂ ਨਿਕਲਦੀਆਂ ਨੇ, ਉਹ ਬਚ ਜਾਂਦੀਆਂ ਨੇ, ਕਿਉਂਕਿ ਉਹਨਾਂ ਦੇ ਅੰਦਰ ਕੋਮਲਤਾ ਹੁੰਦੀ ਹੈ। ਸਭ ਕਹਿੰਦੇ ਐਵੇਂ ਹੀ ਇੱਕ ਸੰਸਾਰ ਇੱਕ ਜੰਗਲ ਵਾਂਗੂ ਹੈ।
ਤੇ ਜਿਹੜੇ ਇੱਥੇ ਅਹੰਕਾਰ ਤੇ ਕ੍ਰੋਧ ਦੇ ਮਾਰੇ ਤਣੇ ਹੋਏ ਨੇ, ਆਕੜੇ ਹੋਏ ਨੇ, ਜਿਹੜੇ ਝੁਕਣਾ ਨਹੀਂ ਜਾਣਦੇ, ਜਿਹੜੇ ਆਕੜ ਕੇ ਰਹਿੰਦੇ ਹਨ ਆਪਣੇ ਅਹੰਕਾਰ, ਆਪਣੀ ਹਉਮੈ ਤੇ ਆਪਣੇ ਲੋਭ ਦੇ ਵਿੱਚ, ਸਤਿਗੁਰੂ ਕਹਿੰਦੇ ਉਹ ਇਸ ਤ੍ਰਿਸ਼ਨਾ ਦੀ ਅੱਗ ਦੇ ਵਿੱਚ ਸੜ ਕੇ ਬਲ ਕੇ ਸੁਆਹ ਹੋ ਜਾਂਦੇ ਹਨ। ਉਹ ਕੇਵਲ ਆਪ ਹੀ ਸੁਆਹ ਨਹੀਂ ਹੁੰਦੇ, ਆਪਣੇ ਜਿਸ ਪਰਿਵਾਰ ਵਿੱਚ ਰਹਿੰਦੇ ਹਨ ਉੱਥੇ ਵੀ ਹੰਕਾਰ ਕਰਕੇ ਉਸ ਪਰਿਵਾਰ ਨੂੰ ਵੀ ਸਵਾਹ ਤੇ ਮਿੱਟੀ ਕਰ ਦਿੰਦੇ ਹਨ। ਪਰ ਜਿੱਥੇ ਉੱਥੇ ਹੀ ਜੇ ਕੋਮਲਤਾ ਹੈ, ਉੱਥੇ ਹੀ ਜੇ ਝੁਕਣ ਵਾਲੇ ਨੇ, ਜਿਹੜੇ ਕੋਮਲ ਨੇ ਹਿਰਦੇ ਦੇ, ਕਹਿੰਦੇ ਉਹ ਫਿਰ ਦੁਬਾਰਾ ਉੱਗ ਪੈਂਦੇ ਹਨ। ਉਹ ਫਿਰ ਆਪਣੇ ਗਿਆਨ ਦੇ ਨਾਲ ਜਾਗਰਿਤ ਹੋ ਜਾਂਦੇ ਹਨ, ਉੱਚੇ ਹੋ ਜਾਂਦੇ ਹਨ, ਸਨਮਾਨਿਤ ਹੋ ਜਾਂਦੇ ਹਨ। ਆਗੇ ਦੇਖੋ ਡੋ ਜਲੈ ਪਾਛੇ ਹਰਿਓ ਅੰਗੂਰ, ਜਿਸ ਤੇ ਉਪਜੈ ਤਿਸ ਤੇ ਬਿਨਸੈ, ਘਟ ਘਟ ਸੱਚ ਭਰਪੂਰ। ਕਹਿੰਦੇ ਜਿਸ ਪ੍ਰਮਾਤਮਾ ਜੀ ਨੇ ਇਹ ਜਗਤ ਪੈਦਾ ਕੀਤਾ ਹੈ ਨਾ, ਉਸ ਦੇ ਹੁਕਮ ਦੇ ਵਿੱਚ ਹੀ ਇਹ ਜਗਤ ਦਾ ਹਨਾਸ਼ ਹੁੰਦਾ ਹੈ। ਜੋ ਪੈਦਾ ਕਰਨ ਵਾਲਾ ਹੈ, ਮਾਰਨ ਵਾਲਾ ਵੀ ਉਹ ਹੈ, ਸਭ ਕੁਝ ਬਣਾਉਣ ਵਾਲਾ ਵੀ ਉਹ ਹੈ, ਸਭ ਕੁਝ ਖਤਮ ਕਰਨ ਵਾਲਾ ਵੀ ਉਹੀ ਹੈ। ਉਹਦੇ ਕੋਲੋਂ ਹੀ ਸਭ ਕੁਝ ਉਪਜਦਾ ਹੈ, ਉਹਦੇ ਹੁਕਮ ਦੇ ਵਿੱਚ ਹੀ ਸਭ ਕੁਝ ਮਿਟਦਾ ਹੈ। ਘਟ ਘਟ ਸੱਚ ਭਰਪੂਰ, ਹਰੇਕ ਹਿਰਦੇ ਦੇ ਵਿੱਚ ਉਹ ਸਦਾ ਅਟਲ ਰਹਿਣ ਵਾਲਾ ਪਰਮਾਤਮਾ ਸਮੋਇਆ ਹੋਇਆ ਹੈ, ਵਸਿਆ ਹੋਇਆ ਹੈ। ਆਪੇ ਮੇਲ ਮਿਲਾਵਹੀ ਸਾਚੈ ਮਹਲ ਹਦੂਰ। ਕਹਿੰਦੇ ਤੂੰ ਆਪ ਕੋਸ਼ਿਸ਼ ਕਰ, ਇਸ ਫਿਲਾਸਫੀ ਨੂੰ ਸਮਝ, ਆਪਣੇ ਜੀਵਨ ਦੇ ਵਿੱਚ ਸੱਚ ਟਿਕਾ ਤੇ ਅਰਦਾਸ ਕਰ, ਹੇ ਪ੍ਰਭੂ ਜੀ ਕਿਰਪਾ ਕਰੋ, ਮੈਂ ਆਪਣਾ ਯਤਨ ਤੇ ਬਹੁਤ ਪ੍ਰਾਰੰਭਿਆ ਹੈ, ਤੁਸੀਂ ਰਹਿਮਤ ਕਰਕੇ ਮੈਨੂੰ ਆਪਣੇ ਨਾਲ ਮਿਲਾ ਲਿਓ, ਕਿ ਤਾਂ ਕਿ ਮੇਰੇ ਅੰਦਰ ਸੱਚ ਦਾ ਸੌਦਾ ਬਣ ਜਾਵੇ, ਮੇਰੇ ਅੰਦਰ ਸੱਚਾਈ ਟਿਕ ਜਾਵੇ, ਮੈਂ ਸੱਚ ਤੋਂ ਜਾਣੂ ਹੋ ਜਾਵਾਂ। ਹੇ ਪ੍ਰਮਾਤਮਾ ਜੀ ਸਦਾ ਅਟਲ ਰਹਿਣ ਵਾਲੇ ਨਿਰੰਕਾਰ ਜੀ, ਤੁਸੀਂ ਸੱਚ ਰੂਪ ਦੇ ਵਿੱਚ ਮੇਰੇ ਜੀਵਨ ਦੇ ਵਿੱਚ ਸਮਾ ਜਾਓ। ਸਾਹ ਸਾਹ ਤੁਝ ਸੰਭਲਾ, ਸਾਹੇ ਸਾਹੇ ਤੁਝ ਸੰਭਲਾ, ਕਦੇ ਨਾ ਵਿਸਾਰਿਓ। ਹੇ ਪ੍ਰਭੂ ਜੀ ਮਿਹਰ ਕਰੋ, ਮੈਂ ਹਰੇਕ ਸਵਾਸ ਦੇ ਵਿੱਚ ਤੈਨੂੰ ਯਾਦ ਕਰਾਂ। ਹੁਣ ਸਾਡਾ ਸਵਾਸ ਆਉਂਦਾ ਹੈ ਤੇ ਜ਼ਿੰਦਗੀ ਹੈ, ਸਵਾਸ ਨਹੀਂ ਆਉਂਦਾ ਤੇ ਮੌਤ ਹੈ। ਹੁਣ ਜਿਹੋ ਜੀ ਸਾਡੇ ਸਵਾਸਾਂ ਦੇ ਆਉਣ ਦੇ ਵਿੱਚ ਸਾਡੀ ਸੋਚ ਹੈ, ਉਹੋ ਜਿਹਾ ਹੀ ਸਾਡਾ ਸੁਭਾਅ ਹੈ। ਸਤਿਗੁਰੂ ਕਹਿੰਦੇ ਹੁਣ ਵੈਸੇ ਸਿਮਰਨ ਕੀ ਹੈ? ਹਰ ਸਵਾਸ ਦੇ ਵਿੱਚ ਸ਼ੁਕਰਾਨਾ ਕਰਨਾ। ਸਵਾਸ ਆਇਆ ਹੈ, ਇਹ ਪ੍ਰਭੂ ਜੀ ਤੇਰਾ ਸ਼ੁਕਰ ਹੈ, ਤੂੰ ਮੈਨੂੰ ਜ਼ਿੰਦਗੀ ਇੱਕ ਪਲ ਦੀ ਹੋਰ ਦੇ ਦਿੱਤੀ ਹੈ। ਸਵਾਸ ਚਲਾ ਗਿਆ ਹੈ, ਹੇ ਵਾਹਿਗੁਰੂ ਕਿਰਪਾ ਕਰ, ਹੁਣ ਤੱਕ ਦੇ ਖਤੇ ਮਾਫ ਕਰ ਦੇ, ਆਪਣੇ ਚਰਨਾਂ ਨਾਲ ਜੋੜ ਲਾ। ਹੁਣ ਜਦੋਂ ਹਰ ਇੱਕ ਸਿੱਖ ਦਾ ਹਰ ਇੱਕ ਸਵਾਸ ਦੇ ਉੱਤੇ ਧਿਆਨ ਹੋਵੇਗਾ, ਉਹਦੇ ਕੋਲ ਕਿਹੜਾ ਸਮਾਂ ਕਿਸੇ ਦੇ ਵਾਸਤੇ ਜਾਲ ਬੁਣਨ ਦਾ ਕਿ ਭਾਈ ਮੈਂ ਤੇਰਾ ਮਾੜਾ ਕਰਨਾ ਹੈ। ਜਿਹਦੇ ਸਵਾਸਾਂ ਦੇ ਵਿੱਚ ਪ੍ਰੀਤਮ ਦੀ ਯਾਦ ਹੋਵੇਗੀ, ਉਹਦੇ ਕੋਲ ਤਾਂ ਇਤਨਾ ਸਮਾਂ ਹੀ ਨਹੀਂ ਕਿ ਇਹ ਸੋਚਣ ਦਾ ਮੈਂ ਕਿਸੇ ਨੂੰ ਕ੍ਰੋਧ ਦੇ ਬੋਲ ਵੀ ਬੋਲਣੇ ਨੇ, ਕਿਉਂਕਿ ਉਹ ਤੇ ਆਪਣੇ ਜੀਵਨ ਨੂੰ ਸਵਾਰਨ ਤੇ ਲੱਗਾ ਹੈ, ਆਪਣੇ ਜੀਵਨ ਨੂੰ ਸੰਭਾਲਣ ਤੇ ਲੱਗਾ ਹੈ। ਜਿਉਂ ਜਿਉਂ ਸਾਹਿਬ ਮਨ ਵਸੈ, ਗੁਰਮੁਖ ਅੰਮ੍ਰਿਤ ਪੀਓ। ਕਹਿੰਦੇ ਜਿਵੇਂ ਜਿਵੇਂ ਸੱਚਾ ਪ੍ਰਮਾਤਮਾ ਦਾ ਗਿਆਨ ਜੀਵਨ ਵਿੱਚ ਵਸਣ ਲੱਗਦਾ ਹੈ, ਸਤਿਗੁਰੂ ਗੁਰੂ ਜੀ ਦਾ ਉਪਦੇਸ਼ ਜੀਵਨ ਦੇ ਵਿੱਚ ਟਿਕਣ ਲੱਗਦਾ ਹੈ, ਤੇ ਆਤਮਿਕ ਆਨੰਦ ਦੇਣ ਵਾਲਾ ਗੁਰੂ ਦਾ ਗਿਆਨ ਅੰਮ੍ਰਿਤ ਬਣ ਕੇ ਜੀਵਨ ਦੇ ਵਿੱਚ ਘੁਲ ਜਾਂਦਾ ਹੈ, ਤੇ ਮਨੁੱਖ ਸਦਾ ਵਾਸਤੇ ਅਮਰ ਹੋ ਜਾਂਦਾ ਹੈ। ਭਾਵ ਉਹ ਗਿਆਨ ਦਾ ਸਾਗਰ ਬਣ ਜਾਂਦਾ ਹੈ, ਉਹਦੇ ਅੰਦਰ ਗਿਆਨ ਭਰਪੂਰ ਹੋ ਜਾਂਦਾ ਹੈ, ਤੇ ਉਹਦੀ ਬੋਲੀ, ਉਹਦਾ ਸੁਭਾਅ ਅੰਮ੍ਰਿਤ ਦਾ ਧਾਰਨੀ ਹੋ ਜਾਂਦਾ ਹੈ। ਮਨ ਤਨ ਤੇਰਾ ਤੂੰ ਤਣੀ, ਗਰਭ ਨਿਵਾਰ ਸਮੇਓ। ਹੇ ਮੇਰੇ ਮਾਲਕ ਪ੍ਰਭੂ ਜੀ, ਹੇ ਮੇਰੇ ਪ੍ਰਮਾਤਮਾ ਜੀ, ਹੁਣ ਇਹ ਗੱਲ ਸਮਝ ਪੈ ਗਈ ਹੈ, ਇਹ ਜਿਹੜਾ ਮੇਰਾ ਮਨ ਆ ਨਾ, ਇਹ ਮੇਰਾ ਤਨ ਆ, ਇਹ ਮੈਂ ਤੁਹਾਡੇ ਚਰਨਾਂ ਵਿੱਚ ਰੱਖ ਦਿੱਤਾ ਹੈ, ਤੁਹਾਨੂੰ ਸੌਂਪ ਦਿੱਤਾ ਹੈ, ਕਿਉਂਕਿ ਤੁਸੀਂ ਹੀ ਇਸ ਮੇਰੇ ਮਨ ਅਤੇ ਤਨ ਦੇ ਮਾਲਕ ਹੋ। ਕਿਰਪਾ ਕਰੋ, ਇਹਨੂੰ ਕਬੂਲ ਕਰੋ, ਤੇ ਮੇਰੇ ਜੀਵਨ ਵਿੱਚੋਂ ਅਹੰਕਾਰ ਨੂੰ ਖਤਮ ਕਰ ਦਿਓ, ਲੋਭ ਨੂੰ ਖਤਮ ਕਰ ਦਿਓ। ਜਿਨ ਇਹ ਜਗਤ ਉਪਾਇਆ,
त्रिभावन कर आकार। कहते जिस परमात्मा जी ने ये सारा संसार बनाया है, ये सारे तीन भवन साजे हैं, ਇਹਦੇ ਵਿੱਚ ਆਕਾਰ ਬਣਾਉਣ ਵਾਲਾ ਵੀ ਉਹ ਪਰਮਾਤਮਾ ਆਪ ਹੈ। ਭਾਂਤ ਭਾਂਤ ਦੇ ਮਨੁੱਖ ਬਣਾਏ ਹਨ, ਹੁਕਮੀ ਹੋਵਣ ਆਕਾਰ, ਹੁਕਮ ਨਾ ਕਿਹਾ ਜਾਈ। ਹੁਕਮੀ ਹੋਵਣ ਜੀ, ਹੁਕਮ ਮਿਲੇ ਵਡਿਆਈ। ਹੁਕਮੀ ਉੱਤਮ ਨੀਚ, ਹੁਕਮ ਲਿਖ ਦੁੱਖ ਸੁਖ ਪਾਈਐ। ਇੱਕ ਨਾ ਹੁਕਮੀ ਬਖਸ਼ੀਸ਼, ਇੱਕ ਹੁਕਮੀ ਸਦਾ ਭੁਆਈਐ। ਹੁਕਮੇ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ। ਨਾਨਕ ਹੁਕਮੈ ਜੇ ਬੁਝੈ, ਤਾਂ ਹਉਮੈ ਕਹੈ ਨਾ ਕੋਏ। ਗੁਰਮੁਖ ਚਾਨਣ ਜਾਣੀਐ, ਮਨਮੁਖ ਮੁਕਤ ਗੁਬਾਰ। ਜਿਹੜੇ ਮਨੁੱਖ ਗੁਰੂ ਦੇ ਸਨਮੁਖ ਹੋ ਗਏ, ਜਿਹੜੇ ਗੁਰੂ ਦੇ ਸ਼ਬਦ ਦੀ ਵਿਚਾਰ ਦੇ ਨਾਲ ਜੁੜ ਗਏ, ਗੁਰੂ ਦੇ ਸ਼ਬਦ ਮੁਤਾਬਕ ਆਪਣੇ ਜੀਵਨ ਨੂੰ ਜਿਨ੍ਹਾਂ ਨੇ ਸੱਚ ਦੀ ਕਸਵੱਟੀ ਤੇ ਢਾਲ ਲਿਆ, ਸਤਿਗੁਰੂ ਕਹਿੰਦੇ ਉਹਨਾਂ ਦੇ ਅੰਦਰ ਸੱਚ ਦਾ, ਗਿਆਨ ਦਾ ਚਾਨਣ ਹੋ ਗਿਆ। ਤੇ ਜਿਹੜੀ ਮਨ ਦੀ ਮੱਤ ਪਿੱਛੇ ਤੁਰਨ ਵਾਲੇ ਸਨ, ਮਨਮੁਖ ਮੁਗਧ ਗੁਬਾਰ। ਮਨ ਦੀ ਮੱਤ ਪਿੱਛੇ ਤੁਰਨ ਵਾਲੇ ਮਨਮੁਖ ਜਿਹੜੇ ਨੇ, ਉਹਨਾਂ ਦੇ ਅੰਦਰ ਅਗਿਆਨਤਾ ਦਾ ਕੁੱਪ, ਅੰਧੇਰਾ ਹੀ ਬਣਿਆ ਰਿਹਾ। ਘਟ ਘਟ ਜੋਤ ਨਿਰੰਤਰੀ, ਬੁਝੈ ਗੁਰਮਤਿ ਸਾਰ। ਸਤਿਗੁਰੂ ਜੀ ਕਹਿੰਦੇ ਭਾਵੇਂ ਹਰੇਕ ਦੇ ਵਿੱਚ ਇੱਕ ਰਸ ਪ੍ਰਮਾਤਮਾ ਦਾ ਜੋਤ ਜਗ ਰਹੀ ਹੈ, ਇੱਕ ਰਸ ਪ੍ਰਮਾਤਮਾ ਟਿਕਿਆ ਹੋਇਆ ਹੈ, ਪਰ ਇਹ ਸਮਝ ਗੁਰੂ ਦੀ ਮੱਤ ਲੈ ਕੇ ਹੀ ਆਉਂਦੀ ਹੈ, ਗੁਰੂ ਦੇ ਉਪਦੇਸ਼ਾਂ ਤੇ ਚੱਲ ਕੇ ਹੀ ਆਉਂਦੀ ਹੈ। ਉਦੋਂ ਹੀ ਗੁਰੂ ਦੇ ਗਿਆਨ ਦੇ ਰਾਹੀਂ ਇਹ ਸਮਝ ਆਉਂਦੀ ਹੈ ਕਿ ਪ੍ਰਮਾਤਮਾ ਹਾਜ਼ਰ ਨਾਜ਼ਰ ਹੈ ਤੇ ਉਹ ਸਦਾ ਮੇਰੇ ਨਾਲ ਵਸਿਆ। ਗੁਰਮੁਖ ਜਿਨੀ ਜਾਣਿਆ, ਤਿਨ ਕੀਚੈ ਸਾਬਾਸ਼। ਜਿਨ੍ਹਾਂ ਮਨੁੱਖਾਂ ਨੇ ਸਤਿਗੁਰੂ ਗੁਰਦੇਵ ਜੀ ਦੀ ਸ਼ਰਨ ਵਿੱਚ ਪੈ ਕੇ ਗੁਰਬਾਣੀ ਦੇ ਉਪਦੇਸ਼ਾਂ ਦੇ ਰਾਹੀਂ ਸਰਬ ਵਿਆਪੀ ਪ੍ਰਮਾਤਮਾ ਨਾਲ ਸਾਂਝ ਪਾ ਲਈ ਹੈ ਨਾ, ਸਤਿਗੁਰੂ ਕਹਿੰਦੇ ਉਹ ਮੁਬਾਰਕ ਨੇ, ਉਹਨਾਂ ਨੂੰ ਸ਼ਾਬਾਸ਼ ਆ ਜਿਨ੍ਹਾਂ ਦੇ ਅੰਦਰ ਸੱਚ ਟਿਕ ਗਿਆ ਹੈ। ਸੱਚੇ ਸੇਤੀ ਰਲ ਮਿਲੇ, ਸੱਚੇ ਗੁਣ ਪ੍ਰਗਾਸ। ਐਸੇ ਮਨੁੱਖ ਸਦਾ ਥਿਰ ਰਹਿਣ ਵਾਲੇ ਪ੍ਰਮਾਤਮਾ ਵਾਹਿਗੁਰੂ ਦੇ ਨਾਲ ਇੱਕਮਿਕ ਹੋ ਜਾਂਦੇ ਹਨ ਤੇ ਉਹਨਾਂ ਦੇ ਅੰਦਰ ਸਦਾ ਅਕਾਲ ਪੁਰਖ ਦੇ ਗੁਣ ਟਿਕ ਜਾਂਦੇ ਹਨ। ਸੱਚ ਉਹਨਾਂ ਦਾ ਜੀਵਨ ਬਣ ਜਾਂਦਾ ਹੈ, ਸੰਤੋਖ ਉਹਨਾਂ ਦੀ ਜ਼ਿੰਦਗੀ ਦਾ ਆਧਾਰ ਬਣ ਜਾਂਦਾ ਹੈ ਤੇ ਪ੍ਰੇਮ ਉਹਨਾਂ ਦੇ ਜੀਵਨ ਦੇ ਵਿੱਚ ਖੁਰਾਕ ਬਣ ਜਾਂਦਾ ਹੈ। ਫਿਰ ਹਰ ਵਕਤ ਉਹਨਾਂ ਦਾ ਜੀਵਨ ਸੱਚ ਤੇ ਟਿਕਿਆ ਰਹਿੰਦਾ ਹੈ ਤੇ ਸੱਚ ਦੀ ਬੋਲੀ ਉਹ ਬੋਲਦੇ ਹਨ। ਨਾਨਕ ਨਾਮ ਸੰਤੋਖੀਆ, ਜਿਉ ਪਿੰਡ ਪ੍ਰਭ ਪਾਸ। ਹੈ ਨਾਨਕ, ਜਿਹੜੇ ਗੁਰੂ ਦੇ ਸਿੱਖ ਗੁਰੂ ਜੀ ਦੇ ਉਪਦੇਸ਼ਾਂ ਵਿੱਚ ਜੁੜ ਗਏ, ਉਹਨਾਂ ਮਨੁੱਖਾਂ ਦੇ ਅੰਦਰ ਆਤਮਿਕ ਸ਼ਾਂਤੀ ਸਦਾ ਵਾਸਤੇ ਬਣ ਜਾਂਦੀ ਹੈ। ਉਹ ਸੰਤੋਖੀ ਹੋ ਜਾਂਦੇ ਹਨ ਤੇ ਆਪਣੀ ਜਿੰਦ, ਆਪਣੀ ਆਤਮਾ ਨੂੰ ਨਿਰੰਕਾਰ ਦੇ ਹਵਾਲੇ ਕਰ ਦਿੰਦੇ ਹਨ। ਫਿਰ ਉਹਨਾਂ ਦੇ ਵਿੱਚੋਂ ਅਹੰਕਾਰ, ਲੋਭ, ਹਉਮੈ ਜੀਵਨ ਵਿੱਚੋਂ ਮੁੱਕ ਜਾਂਦੀ ਹੈ। ਫਿਰ ਜੀਵਨ ਨਿਰਮਲ ਹੋ ਜਾਂਦਾ ਹੈ, ਪਵਿੱਤਰ ਹੋ ਜਾਂਦਾ ਹੈ। ਸੋ ਅੱਜ ਦਾ ਇਹ ਪਾਵਨ 16 ਨੰਬਰ ਸ਼ਬਦ ਸ਼੍ਰੀ ਰਾਗ ਦਾ, ਜਿਹਦੀ ਵਿਚਾਰ ਆਪਾਂ ਰਲ ਮਿਲ ਕੇ ਕੀਤੀ ਹੈ। ਬੇਅੰਤ ਭੁੱਲਾਂ ਗਲਤੀਆਂ ਗੁਰਬਾਣੀ ਵਿਚਾਰ ਉਚਾਰਨ ਕਰਦਿਆਂ ਹੋਈਆਂ ਨੇ। ਰੋਜ਼ਾਨਾ ਹੀ ਸੁਬਾਹ 8 ਵਜੇ ਲੜੀਵਾਰ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰ ਲੈ ਕੇ ਹਾਜ਼ਰ ਹੁੰਦੇ ਹਾਂ ਤੇ ਸ਼ਾਮ ਨੂੰ ਹੁਕਮਨਾਮਾ ਸਾਹਿਬ ਦੀ ਵਿਚਾਰ